ਮੇਰਾ ਨਵਾਂ ਵਿਆਹ ਹੋਇਆ ਸੀ। ਸਸੁਰਾਲ ਵਿੱਚ ਅਸੀਂ ਸਿਰਫ 3 ਲੋਕ ਸੀ, ਮੈਂ, ਮੇਰਾ ਪਤੀ ਤੇ ਉਸ ਦਾ ਭਰਾ। ਮੇਰੇ ਪਤੀ ਦੇ ਮਾਤਾ-ਪਿਤਾ ਨਾ ਹੋਣ ਕਾਰਨ ਕੁਝ ਹੀ ਦਿਨਾਂ ਵਿੱਚ ਮੈਂ ਆਪਣੇ ਸਹੁਰੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਸੀ। ਮੇਰੇ ਪਤੀ ਇੱਕ ਬਿਜ਼ਨਸਮੈਨ ਸੀ ਤੇ ਮੇਰਾ ਦਿਓਰ ਹਜੇ ਸਿਰਫ 17 ਸਾਲ ਦਾ ਸੀ। ਇਸ ਲਈ ਮੈਂ ਸੋਚਦੀ ਸੀ ਕਿ ਉਹ ਹਜੇ ਬੱਚਾ ਹੈ। ਪਰ ਇੱਕ ਸਵੇਰ ਜਦੋਂ ਮੈਂ ਉਸ ਲਈ ਚਾਹ ਲੈ ਕੇ ਗਈ ਤੇ ਚਾਹ ਕੱਪ ਵਿੱਚ ਪਾਉਣ ਲਈ ਜਿਵੇਂ ਹੀ ਥੋੜਾ ਜਿਹਾ ਹੇਠਾਂ ਝੁਕੀ ਤਾਂ ਮੈਂ ਦੇਖਿਆ ਕਿ ਉਸ ਦੀਆਂ ਅੱਖਾਂ ਸਿੱਧੀਆਂ ਮੇਰੇ ਸਾਹਮਣੇ ਟਿਕੀਆਂ ਹੋਈਆਂ ਸੀ। ਇਸੇ ਤਰ੍ਹਾਂ ਇੱਕ ਦਿਨ ਜਦੋਂ ਮੈਂ ਆਪਣੇ ਕਮਰੇ ਵਿੱਚ ਕੱਪੜੇ ਬਦਲ ਰਹੀ ਸੀ ਤਾਂ ਮੈਂ ਦੇਖਿਆ ਕਿ ਉਹ ਮੈਨੂੰ ਖਿੜਕੀ ਵਿੱਚੋਂ ਲੁਕ ਕੇ ਦੇਖ ਰਿਹਾ ਹੈ। ਹੁਣ ਮੈਨੂੰ ਉਸ ਦੀਆਂ ਹਰਕਤਾਂ ਤੇ ਸ਼ੱਕ ਹੋਣ ਲੱਗ ਪਿਆ, ਪਰ ਮੈਂ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਫਿਰ ਇੱਕ ਦਿਨ ਮੇਰੇ ਪਤੀ ਨੇ ਦੱਸਿਆ ਕਿ ਉਸ ਨੂੰ 1-2 ਦਿਨਾਂ ਲਈ ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਜਾਣਾ ਹੈ ਤੇ ਅਗਲੀ ਸਵੇਰ ਹੀ ਉਹ ਘਰੋਂ ਚਲੇ ਗਏ। ਹੁਣ ਮੈਂ ਅਤੇ ਮੇਰਾ ਦਿਓਰ ਦੋਵੇਂ ਘਰ ਵਿੱਚ ਇਕੱਲੇ ਸੀ। ਫਿਰ ਅਗਲੇ ਦਿਨ ਜਦੋਂ ਮੈਂ ਨਹਾਉਣ ਲਈ ਵਾਸ਼ਰੂਮ ਵਿੱਚ ਗਈ ਤਾਂ ਮੈਂ ਦੇਖਿਆ ਕਿ ਵਾਸ਼ਰੂਮ ਦਾ ਲੌਕ ਖਰਾਬ ਹੋ ਗਿਆ ਸੀ ਤੇ ਮੈਂ ਇਵੇਂ ਹੀ ਦਰਵਾਜ਼ਾ ਬੰਦ ਕਰਕੇ ਨਹਾਉਣ ਲੱਗ ਪਈ। ਮੈਂ ਹਜੇ ਆਪਣੇ ਸਾਰੇ ਕੱਪੜੇ ਉਤਾਰ ਕੇ ਨਹਾਉਣਾ ਸ਼ੁਰੂ ਕੀਤਾ ਹੀ ਸੀ ਕਿ ਉਸੇ ਵੇਲੇ ਅਚਾਨਕ ਮੇਰਾ ਦਿਓਰ ਦਰਵਾਜ਼ਾ ਖੋਲ ਕੇ ਸਿੱਧਾ ਅੰਦਰ ਆ ਗਿਆ। ਉਸ ਨੂੰ ਦੇਖਦੇ ਹੀ ਮੇਰਾ ਤਾਂ ਜਿਵੇਂ ਸਾਹ ਹੀ ਰੁਕ ਗਿਆ। ਮੈਂ ਬਿਨਾਂ ਕੱਪੜਿਆਂ ਤੋਂ ਉਸ ਦੇ ਸਾਹਮਣੇ ਖੜੀ ਸੀ। ਮੈਂ ਜ਼ੋਰ-ਜ਼ੋਰ ਨਾਲ ਉਸ ਨੂੰ ਝਿੜਕਿਆ ਤੇ ਕਿਹਾ, ਆ ਲੈਣ ਦੇ ਤੇਰੇ ਵੱਡੇ ਭਰਾ ਨੂੰ, ਤੇਰੀਆਂ ਇਹਨਾਂ ਸਾਰੀਆਂ ਗਲਤ ਹਰਕਤਾਂ ਬਾਰੇ ਤਾਂ ਮੈਂ ਦੱਸੂਗੀ। ਫਿਰ ਮੈਂ ਦੇਖਿਆ ਕਿ ਉਸ ਦੀਆਂ ਅੱਖਾਂ ਵਿੱਚ ਬਹੁਤ ਗੁੱਸਾ ਸੀ ਤੇ ਕੁਝ ਦੇਰ ਤੱਕ ਮੈਨੂੰ ਘੂਰਨ ਤੋਂ ਬਾਅਦ ਉਹ ਵਾਸ਼ਰੂਮ ਵਿੱਚੋਂ ਬਾਹਰ ਚਲਾ ਗਿਆ। ਫਿਰ ਅਗਲੇ ਦਿਨ ਜਦੋਂ ਮੈਂ ਬਾਜ਼ਾਰ ਤੋਂ ਘਰ ਵਾਪਸ ਆਈ ਤੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਜੋ ਮੈਂ ਸਾਹਮਣੇ ਦੇਖਿਆ ਉਸ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ। ਮੇਰੇ ਕਮਰੇ ਵਿੱਚ ਟੀਵੀ ਤੇ ਮੇਰੇ ਨਹਾਉਣ ਤੋਂ ਲੈ ਕੇ ਕੱਪੜੇ ਬਦਲਣ ਤੱਕ ਦੀ ਵੀਡੀਓ ਚੱਲ ਰਹੀ ਸੀ। ਮੈਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਇਹ ਸਭ ਕਿਸਨੇ ਕੀਤਾ ਹੈ। ਮੈਂ ਗੁੱਸੇ ਵਿੱਚ ਸਿੱਧਾ ਉਸ ਦੇ ਕਮਰੇ ਵਿੱਚ ਗਈ ਤਾਂ ਉਹ ਮਜ਼ੇ ਨਾਲ ਬੈੱਡ ਤੇ ਲੰਮਾ ਪਿਆ ਸੀ। ਫਿਰ ਉਸਨੇ ਮੈਨੂੰ ਕਿਹਾ, ਜੇ ਤੁਸੀਂ ਮੇਰੇ ਬਾਰੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਮੈਂ ਤੁਹਾਡੀ ਜ਼ਿੰਦਗੀ ਬਰਬਾਦ ਕਰ ਦੇਵਾਂਗਾ। ਮੇਰੇ ਇੱਕ ਬਟਨ ਦੱਬਦੇ ਹੀ ਤੁਹਾਡੀਆਂ ਇਹ ਸਾਰੀਆਂ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਜਾਣਗੀਆਂ। ਉਸ ਦੀ ਗੱਲ ਸੁਣ ਕੇ ਮੈਂ ਬਹੁਤ ਡਰ ਗਈ ਤੇ ਕਿਹਾ, ਤੂੰ ਮੇਰੇ ਨਾਲ ਅਜਿਹਾ ਕਿਉਂ ਕਰ ਰਿਹਾ ਹੈ? ਮੈਂ ਤੇਰਾ ਕੀ ਵਿਗਾੜਿਆ ਹੈ? ਫਿਰ ਉਸਨੇ ਹੱਸਦੇ ਹੋਏ ਕਿਹਾ, ਮੈਂ ਬਸ ਇੱਕ ਰਾਤ ਤੁਹਾਡੇ ਨਾਲ ਗੁਜ਼ਾਰਨਾ ਚਾਹੁੰਦਾ ਹਾਂ। ਉਸ ਤੋਂ ਬਾਅਦ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਡਿਲੀਟ ਕਰ ਦੇਵਾਂਗਾ ਤੇ ਇਸ ਬਾਰੇ ਕਦੇ ਕਿਸੇ ਨੂੰ ਕੁਝ ਵੀ ਨਹੀਂ ਦੱਸਾਂਗਾ। ਇਹ ਸੁਣ ਕੇ ਮੈਂ ਆਪਣੇ ਕਮਰੇ ਵਿੱਚ ਵਾਪਸ ਆ ਗਈ ਤੇ ਬੈੱਡ ਤੇ ਲੰਮੀ ਪੈ ਕੇ ਰੋਣ ਲੱਗ ਪਈ। ਉਹ ਵੀ ਮੇਰੇ ਪਿੱਛੇ ਮੇਰੇ ਕਮਰੇ ਵਿੱਚ ਆ ਗਿਆ। ਉਸ ਨੂੰ ਦੇਖ ਕੇ ਤਾਂ ਜਿਵੇਂ ਮੇਰੇ ਦਿਲ ਦੀ ਧੜਕਣ ਹੀ ਰੁਕ ਗਈ। ਮੈਂ ਜਲਦੀ ਨਾਲ ਬੈੱਡ ਤੋਂ ਉੱਠ ਕੇ ਖੜੀ ਹੋ ਗਈ। ਫਿਰ ਉਹ ਮੇਰੇ ਨੇੜੇ ਆਇਆ ਤੇ ਉਸਨੇ ਮੈਨੂੰ ਜੱਫੀ ਪਾ ਕੇ ਮੇਰੇ ਅੱਗੇ ਪਿੱਛੇ ਸਾਰੇ ਪਾਸੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਵੀਡੀਓ ਦੇ ਕਾਰਨ ਮੈਂ ਪਹਿਲਾਂ ਹੀ ਉਸ ਤੋਂ ਬਹੁਤ ਡਰੀ ਹੋਈ ਸੀ, ਇਸ ਲਈ ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕ ਵੀ ਨਹੀਂ ਸਕਦੀ ਸੀ। ਫਿਰ ਉਸਨੇ ਕਿਹਾ, ਭਾਬੀ, ਤੁਹਾਡਾ ਸਰੀਰ ਬਹੁਤ ਜ਼ਬਰਦਸਤ ਹੈ। ਜਦੋਂ ਮੈਂ ਪਹਿਲੀ ਵਾਰ ਤੁਹਾਨੂੰ ਅੱਗੋਂ ਪਿੱਛੋਂ ਦੇਖਿਆ ਸੀ ਤਾਂ ਮੈਂ ਆਪਣੇ ਹੋਸ਼ ਖੋ ਬੈਠਾ ਸੀ ਤੇ ਉਸ ਦਿਨ ਜਦੋਂ ਮੈਂ ਤੁਹਾਨੂੰ ਕੱਪੜੇ ਬਦਲਦੇ ਦੇਖਿਆ ਤਾਂ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ। ਉਸੇ ਦਿਨ ਮੈਂ ਸੋਚ ਲਿਆ ਸੀ ਕਿ ਘੱਟੋ-ਘੱਟ ਇੱਕ ਰਾਤ ਤਾਂ ਤੁਹਾਡੇ ਨਾਲ ਜ਼ਰੂਰ ਗੁਜ਼ਾਰਾਂਗਾ ਤੇ ਤੁਹਾਡੀ ਵੀਡੀਓ ਬਣਾਉਣ ਲਈ ਵਾਸ਼ਰੂਮ ਦਾ ਲੌਕ ਵੀ ਮੈਂ ਹੀ ਖਰਾਬ ਕੀਤਾ ਸੀ। ਮੈਂ ਰੋਂਦੇ ਹੋਏ ਉਸ ਨੂੰ ਮੇਰੇ ਨਾਲ ਅਜਿਹਾ ਨਾ ਕਰਨ ਲਈ ਹੱਥ ਜੋੜਨ ਲੱਗ ਪਈ, ਪਰ ਉਸਦੇ ਦਿਮਾਗ ਉੱਤੇ ਤਾਂ ਕੁਝ ਹੋਰ ਹੀ ਕਰਨ ਦਾ ਭੂਤ ਸਵਾਰ ਹੋ ਚੁੱਕਾ ਸੀ। ਫਿਰ ਉਸਨੇ ਜ਼ਬਰਦਸਤੀ ਮੈਨੂੰ ਬੈੱਡ ਤੇ ਲੰਮੀ ਪਾ ਕੇ ਮੈਨੂੰ ਸਾਰੇ ਪਾਸੇ ਚੁੰਮਣਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਉਸਦੇ ਵੱਡੇ ਭਰਾ ਦੀ ਖਾਤਰ ਐਸਾ ਨਾ ਕਰਨ ਦੀਆਂ ਮਿੰਨਤਾਂ ਕਰਨ ਲੱਗੀ, ਪਰ ਉਸ ਉੱਤੇ ਮੇਰੀ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਤੇ ਉਹ ਹੁਣ ਜ਼ਬਰਦਸਤੀ ਮੇਰੇ ਕੱਪੜੇ ਉਤਾਰਨ ਲੱਗ ਪਿਆ ਸੀ। ਮੈਂ ਉਸ ਨੂੰ ਧੱਕਾ ਦੇ ਕੇ ਆਪਣੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਉਮਰ ਵਿੱਚ ਭਾਵੇਂ ਛੋਟਾ ਸੀ ਪਰ ਸਰੀਰ ਤੋਂ ਕਾਫੀ ਤਾਕਤਵਰ ਸੀ। ਹੁਣ ਮੈਂ ਰੱਬ ਅੱਗੇ ਮੈਨੂੰ ਬਚਾਉਣ ਦੀ ਅਰਦਾਸ ਕਰਨ ਲੱਗ ਪਈ ਤੇ ਉਸੇ ਵੇਲੇ ਅਚਾਨਕ ਮੇਰੇ ਪਤੀ ਪੁਲਿਸ ਨੂੰ ਨਾਲ ਲੈ ਕੇ
ਘਰ ਆ ਪਹੁੰਚੇ ਤੇ ਪੁਲਿਸ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਅਸਲ ਵਿੱਚ ਜਦੋਂ ਮੈਂ ਉਸ ਦੇ ਕਮਰੇ ਵਿੱਚ ਗਈ ਸੀ ਤਾਂ ਮੈਂ ਪਹਿਲਾਂ ਹੀ ਆਪਣੇ ਪਤੀ ਨੂੰ ਫੋਨ ਮਿਲਾ ਦਿੱਤਾ ਸੀ ਤੇ ਉਹਨਾਂ ਨੇ ਸਾਡੀ ਸਾਰੀ ਗੱਲ ਸੁਣ ਲਈ ਸੀ ਤੇ ਉਸੇ ਵੇਲੇ ਉਹ ਪੁਲਿਸ ਨੂੰ ਫੋਨ ਕਰਕੇ ਘਰ ਵੱਲ ਤੁਰ ਪਏ ਸੀ। ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।